द वीज़ा ऑफिस तो ਤੁਹਾਡਾ ਸਵਾਗਤ ਕਰਦਾ। ਸੋ ਜਿਵੇਂ ਕਿ ਤੁਹਾਨੂੰ ਜਾਣਕਾਰੀ ਹੈ ਦ ਵੀਜ਼ਾ ਆਫਿਸ ਟਾਈਮ ਟੂ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਜਿੰਨੇ ਵੀ ਨਵੇਂ ਅਪਡੇਟਸ ਹੁੰਦੇ ਆ ਜਾਂ ਕੁਝ ਕੰਟਰੀ ਸਪੈਸੀਫਿਕ ਕੋਈ ਇਨਫੋਰਮੇਸ਼ਨ ਹੈਗੀ ਹੈ ਜਾਂ ਜਿੱਥੇ ਵੀ ਤੁਹਾਡੇ ਵੀਜ਼ਾ ਤੋਂ ਰਿਲੇਟਡ ਤੁਹਾਨੂੰ ਹੈਲਪ ਦੇ ਸਕੀਏ ਕੋਸ਼ਿਸ਼ ਕਰਦਾ ਹੈ ਇੱਕ ਨਵੇਂ ਵੀਡੀਓ ਦੇ ਅੰਦਰ ਤੁਹਾਨੂੰ ਉਹ ਇਨਫੋਰਮੇਸ਼ਨ ਦਿੱਤੀ ਜਾਏ। ਸੋ ਅੱਜ ਜਿਹੜਾ ਆਪਾਂ ਟੌਪਿਕ ਤੇ ਗੱਲ ਕਰਾਂਗੇ ਉਹ USA ਦੇ ਟੂਰਿਸਟ ਵੀਜ਼ਾ ਨੂੰ ਲੈ ਕੇ ਹੈ। ਜਿਹੜਾ ਉੱਥੇ ਇੰਟਰਵਿਊ ਹੁੰਦਾ ਹੈ ਉਹ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ ਔਰ ਤਕਰੀਬਨ ਮੈਂ ਕੁਝ ਕੁਐਸਚਨ ਐਜੇ ਦੱਸੂਗਾ ਜਿਹੜੇ ਤੁਹਾਨੂੰ ਪੁੱਛੇ ਹੀ ਜਾਣਗੇ ਔਰ ਉਹ 100% ਮਤਲਬ ਆਲਮੋਸਟ 100% ਇਹ ਕੁਐਸਚਨਸ ਆਉਂਦੇ ਆ। ਸੋ ਇਹਦੀ ਕੀ ਆਨਸਰਸ ਹੋ ਸਕਦੇ ਆ, ਕਿੰਨਾ ਚੀਜ਼ਾਂ ਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ ਇੰਟਰਵਿਊ ਦੇ ਟਾਈਮ ਤੇ, ਉਸ ਤੇ ਆਪਾਂ ਪੂਰੀ ਡਿਟੇਲ 'ਚ ਗੱਲ ਕਰਾਂਗੇ। ਸੋ ਪ੍ਰੋਗਰਾਮ ਨੂੰ ਅੱਗੇ ਲੈ ਜਾਣ ਤੋਂ ਪਹਿਲੇ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਟਾਈਮਲੀ ਮਿਲਦੀਆਂ ਰਹਿਣ। ਸੋ ਜਦੋਂ ਤੁਸੀਂ ਇੰਟਰਵਿਊ ਦੇਣ ਜਾਂਦੇ ਆ, ਤੁਹਾਡਾ DS ਫਾਰਮ ਭਰ ਗਿਆ, ਤੁਹਾਡੀ ਅਪਾਇੰਟਮੈਂਟ ਆ ਗਈ, ਅਪਾਇੰਟਮੈਂਟ ਪਹਿਲੇ ਦਿਨ ਬਾਇਓਮੈਟ੍ਰਿਕ ਹੋ ਗਏ, ਨੈਕਸਟ ਡੇ ਤੁਹਾਡਾ ਇੰਟਰਵਿਊ ਹੈ। ਹੁਣ ਇੰਟਰਵਿਊ ਤੇ ਤੁਸੀਂ ਕਾਊਂਟਰ ਤੇ ਲੱਗੇ, ਤੁਹਾਡੇ ਤੋਂ ਪਹਿਲੇ ਵੀ ਬਹੁਤ ਸਾਰੇ ਉੱਥੇ ਐਪਲੀਕੈਂਟਸ ਖੜੇ ਹੁੰਦੇ ਆ, ਐਸਪਾਇਰੈਂਟਸ ਹੁੰਦੇ ਆ ਕਿ ਵੀਜ਼ਾ ਲੈਣਾ ਹੈ। ਤੁਸੀਂ ਦੇਖਦੇ ਆ ਕਿ ਮਤਲਬ ਇੰਨੇ ਜ਼ਿਆਦਾ ਵੀਜ਼ਾ ਤਕਰੀਬਨ ਜਿੰਨੇ ਵੀ ਤੁਹਾਡੀ ਲਾਈਨ ਦੇ ਅੰਦਰ ਹੋਣਗੇ ਬਹੁਤ ਜ਼ਿਆਦਾ ਵੀਜ਼ਾ ਨਹੀਂ ਆ ਰਿਹਾ, ਬੰਦਾ ਨੈਗੇਟਿਵ ਵੀ ਹੋ ਜਾਂਦਾ ਹੈ ਜਾਂ ਹੋ ਸਕਦਾ ਸਮਟਾਈਮਸ ਕੁਝ ਅੱਛੇ ਵੀਜ਼ਾ ਨਿਕਲਣ ਤੁਹਾਡੀ ਉਸ ਤਰ੍ਹਾਂ ਦੇ ਨਾਲ ਪੋਜ਼ਿਟਿਵਿਟੀ ਬਣ ਜਾਂਦੀ ਹੈ। ਪਰ ਚੀਜ਼ਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਹਰ ਇੱਕ ਪ੍ਰੋਫਾਈਲ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹੈ। ਤੁਹਾਡਾ ਵੀਜ਼ਾ ਜਿਹੜਾ ਹੈ ਉਹ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ। ਤੁਹਾਡੇ ਤੋਂ ਸਾਹਮਣੇ ਹੋ ਸਕਦਾ ਕੋਈ ਅੱਛੀ ਪ੍ਰੋਫਾਈਲ ਨਾ ਹੋਏ ਜਾਂ ਉਹਨੂੰ ਕੁਐਸਚਨ ਆਨਸਰ ਅੱਛੇ ਨਹੀਂ ਦੇਣੇ ਆ ਪਾ ਰਹੇ ਜਾਂ ਉਹ ਕਨਫਿਊਜ਼ ਹੈ ਕਿਸੇ ਚੀਜ਼ ਨੂੰ ਲੈ ਕੇ। ਤੁਸੀਂ ਉਹਨਾਂ ਦੇ ਆਧਾਰ ਤੇ ਆਪਣਾ ਡਿਸੀਜਨ ਪਹਿਲੇ ਹੀ ਨਹੀਂ ਬਣਾ ਕੇ ਬੈਠ ਜਾਣਾ ਕਿ ਯਾਰ 4 5 6 ਬੰਦੇ ਲੱਗੇ ਸੀਗੇ, ਉਹਨਾਂ ਚੋਂ 3-4 ਦਾ ਵੀਜ਼ਾ ਰਿਫਿਊਜ਼ ਹੋ ਗਿਆ, ਹੁਣ ਮੇਰਾ ਕੀ ਬਣੇਗਾ। ਤੁਸੀਂ ਪਹਿਲੇ ਹੀ ਆਪਣਾ ਕੌਨਫੀਡੈਂਸ ਲੂਜ਼ ਕਰ ਜਾਂਦੇ ਹੋ। ਸੋ ਉਹ ਚੀਜ਼ ਨਹੀਂ ਕਰਨੀ ਹੈ। ਸੋ ਜਿਹੜੇ ਕੁਐਸਚਨਸ ਆਣਗੇ ਮੈਂ ਤੁਹਾਨੂੰ ਪਹਿਲੇ ਹੀ ਗਾਈਡ ਕਰ ਦੇਣਾ ਉਹਨਾਂ ਚੀਜ਼ਾਂ ਬਾਰੇ ਔਰ ਤੁਸੀਂ ਪ੍ਰੈਪੇਅਰ ਆਪਣੇ ਆਪ ਨੂੰ ਕਰਕੇ ਰੱਖਣਾ ਉਸ ਚੀਜ਼ ਬਾਰੇ। ਸੋ ਸਭ ਤੋਂ ਪਹਿਲੇ ਤਾਂ ਆਉਂਦੀ ਹੈ ਘਰੋਂ ਨਿਕਲਦੇ ਆ ਵੀ ਆਪਾਂ ਇੰਟਰਵਿਊ ਦੇਣਾ ਕੀ ਪਾ ਕੇ ਜਾਈਏ। ਨਾਰਮਲੀ ਅਸੀਂ ਘਰ 'ਚ ਸਿੰਪਲ ਕੱਪੜੇ ਪਾ ਰਹੇ ਹਾਂ ਔਰ ਅਸੀਂ ਹੁਣ ਕਿ ਕੋਟ ਪੈਂਟ ਪਾ ਲਈਏ ਕਿ ਟਾਈ ਲਾ ਲਈਏ ਤੇ ਕੁਝ ਅੱਛੀ ਡਰੈਸ ਅਪ ਕਰਕੇ ਜਾਈਏ, ਸ਼ਾਇਦ ਉਹਦੇ ਪੁਆਇੰਟਸ ਜ਼ਿਆਦਾ ਮਿਲਣਗੇ, ਉਹ ਚੀਜ਼ਾਂ ਦੀ ਜ਼ਿਆਦਾ ਨੂੰ ਨੋਟਿਸ ਕੀਤਾ ਜਾਂਦਾ ਹੈ। ਸੋ ਇਹ ਚੀਜ਼ ਨਹੀਂ ਹੈ, ਤੁਸੀਂ ਸਿੰਪਲ ਰਹੋ, ਜਿਸ ਤਰ੍ਹਾਂ ਦੀ ਤੁਹਾਡੀ ਰੂਟੀਨ ਦੇ ਅੰਦਰ ਤੁਸੀਂ ਰਹਿੰਦੇ ਹੋ ਅੱਛੇ ਕੱਪੜੇ ਪਾ ਕੇ ਜਾਓ, ਫਾਰਮਲ ਪਾ ਲਓ। ਪਰ ਇਹ ਨਹੀਂ ਹੈ ਕਿ ਤੁਹਾਨੂੰ ਜ਼ਰੂਰੀ ਹੈ ਕਿ ਕੋਟ ਪੈਂਟ ਬਲੇਜ਼ਰ ਦੇ ਨਾਲ ਹੀ ਵੀਜ਼ਾ ਨਿਕਲੇਗਾ। ਸੋ ਇਹ ਚੀਜ਼ ਨਹੀਂ ਹੁੰਦੀ ਹੈ। ਸਿੰਪਲ ਰਹੋ, ਅੱਛੇ ਰਹੋ ਔਰ ਉਸ ਤਰੀਕੇ ਨਾਲ ਰਹੋ ਕਿ ਤੁਹਾਡਾ ਇਹ ਨਾ ਲੱਗੇ ਕਿ ਬੰਦਾ ਓਵਰ ਹੋ ਰਿਹਾ ਕਿਸੇ ਚੀਜ਼ ਨੂੰ ਲੈ ਕੇ। ਠੀਕ ਹੈ, ਅਸੀਂ ਓਵਰ ਨਹੀਂ ਕਿਸੇ ਵੀ ਚੀਜ਼ ਨੂੰ ਲੈ ਕੇ ਆਉਣਾ, ਚਾਹੇ ਸਾਡੀ ਪਰਸਨੈਲਿਟੀ ਨੂੰ ਲੈ ਕੇ ਹੈ, ਉਹਨੂੰ ਵਧਾ ਕੇ ਨਹੀਂ ਰੱਖਣਾ ਜਾਂ ਕੁਝ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨਹੀਂ ਯੂਜ਼ ਕਰਨਾ ਜੋ ਅਸੀਂ ਜਨਰਲੀ ਨਹੀਂ ਕਰਦੇ। ਠੀਕ ਹੈ, ਸੋ ਡਰੈਸ ਤੁਹਾਡੀ ਉਹੀ ਰਹਿਣੀ ਚਾਹੀਦੀ ਹੈ ਜੋ ਤੁਸੀਂ ਨਾਰਮਲੀ ਪਾਉਂਦੇ ਹੋ। ਇੱਕ ਸੈਂਸੇਬਲ ਅੱਛੀ ਜਿਹੀ ਡਰੈਸ ਹੋਏ ਜਿੱਥੇ ਤੁਹਾਡਾ ਲੱਗੇ ਕਿ ਹਾਂ ਇੱਕ ਅੱਛੀ ਪਰਸਨੈਲਿਟੀ ਸਾਹਮਣੇ ਖੜੀ ਹੈ। ਸੋ ਫਿਰ ਕੁਐਸਚਨ ਆ ਜਾਂਦਾ ਕਿ ਇੰਗਲਿਸ਼ ਇੰਟਰਵਿਊ ਦੀਏ ਤਾਂ ਵੀਜ਼ਾ ਜਿਹੜਾ ਹੈ ਉਹ ਸ਼ੋਰ ਹੋ ਜਾਊਗਾ। ਇੰਗਲਿਸ਼ ਵਾਲਾ ਬੰਦਾ ਹੈ ਜੀ, ਫੋਰਨ ਕੰਟਰੀ 'ਚ ਜਾ ਰਹੇ ਆ, ਇੰਗਲਿਸ਼ ਦਿਖਾਵਾਂਗੇ ਬਹੁਤ ਵਧੀਆ ਵੀਜ਼ਾ ਨਿਕਲੂਗਾ। ਨਹੀਂ, ਇਹ ਚੀਜ਼ ਨਹੀਂ ਹੈ। ਵੀਜ਼ਾ ਜੋ ਹੈ ਹਿੰਦੀ, ਇੰਗਲਿਸ਼, ਪੰਜਾਬੀ ਤਿੰਨੋਂ ਲੈਂਗੁਏਜਸ ਦੇ ਅੰਦਰ, ਆਪਾਂ ਨਾਰਥ ਇੰਡੀਆ ਦੀ ਸਪੈਸ਼ਲੀ ਗੱਲ ਕਰੀਏ ਤਾਂ ਹਿੰਦੀ, ਪੰਜਾਬੀ ਤੇ ਇੰਗਲਿਸ਼ ਤਿੰਨੋਂ ਲੈਂਗੁਏਜ ਦੇ ਅੰਦਰ ਹੁੰਦਾ ਹੈ। ਸੋ ਜਿਸ ਲੈਂਗੁਏਜ ਦੇ ਅੰਦਰ ਤੁਸੀਂ ਕੰਫਰਟੇਬਲ ਹੋ ਔਰ ਕੌਨਫੀਡੈਂਟ ਹੋ, ਤੁਸੀਂ ਉਹੀ ਲੈਂਗੁਏਜ ਨੂੰ ਆਪਟ ਕਰੋ ਔਰ ਉਸੇ ਲੈਂਗੁਏਜ ਦੇ ਅੰਦਰ ਤੁਸੀਂ ਇੰਟਰਵਿਊ ਦਿਓ। ਕੋਈ ਜ਼ਰੂਰੀ ਨਹੀਂ ਹੈ ਇੰਗਲਿਸ਼ ਨੂੰ ਹੀ ਤੁਸੀਂ ਪ੍ਰੈਫਰੈਂਸ ਦਿਓ ਔਰ ਇੰਗਲਿਸ਼ ਜਾ ਕੇ ਉੱਥੇ ਅਸੀਂ ਕੋਈ ਇਸ ਤਰ੍ਹਾਂ ਦਾ ਕੁਐਸਚਨ ਆ ਜਾਏ ਔਰ ਅਸੀਂ ਜਨਰਲੀ ਇੰਗਲਿਸ਼ ਨਹੀਂ ਅੱਛੀ ਬੋਲ ਪਾ ਰਹੇ ਹਾਂ, ਠੀਕ ਠਾਕ ਹੈ ਔਰ ਅਸੀਂ ਇੰਗਲਿਸ਼ ਆਪਟ ਕਰ ਲਈ, ਉੱਥੇ ਅਸੀਂ ਆਨਸਰ ਦੇ ਹੀ ਨਹੀਂ ਪਾਏ ਪ੍ਰੋਪਰਲੀ। ਸੋ ਉੱਥੇ ਵੀ ਸਾਡੀ ਪ੍ਰੋਫਾਈਲ ਨੈਗੇਟਿਵ ਹੋ ਸਕਦੀ ਹੈ। ਤੁਸੀਂ ਹਿੰਦੀ ਜਾਂ ਪੰਜਾਬੀ ਚੂਜ਼ ਕਰ ਲਓ, ਜਿੰਨੀ ਤੁਹਾਡੀ ਇੰਗਲਿਸ਼ ਤੁਹਾਨੂੰ ਆਉਂਦੀ ਹੈ ਤੁਸੀਂ ਉਹ ਵੀ ਬੋਲ ਸਕਦੇ ਹੋ ਉੱਥੇ, ਵਿੱਚ ਇੰਗਲਿਸ਼ ਬੋਲ ਲਿਆ, ਹਿੰਦੀ ਬੋਲੀ, ਪੰਜਾਬੀ ਬੋਲੀ, ਜੋ ਵੀ ਤੁਸੀਂ ਲੈਂਗੁਏਜ ਦੇ ਅੰਦਰ ਕੰਫਰਟੇਬਲ ਹੋ। ਸੋ ਲੈਂਗੁਏਜ ਸਪੈਸੀਫਿਕ ਇੰਟਰਵਿਊ ਦੇ ਕੋਈ ਮਾਰਕਸ ਨਹੀਂ ਹੁੰਦੇ, ਇਸ ਚੀਜ਼ ਨੂੰ ਧਿਆਨ ਦੇਣ ਦੀ ਲੋੜ ਹੈ। ਅਗਲੀ ਗੱਲ ਹੈ ਕਿ ਹੁਣ ਉੱਥੇ ਤੁਸੀਂ ਪਹੁੰਚ ਗਏ, ਲੈਂਗੁਏਜ ਵੀ ਸਿਲੈਕਟ ਹੈ, ਪਹਿਲਾ ਕੁਐਸਚਨ ਪੁੱਛਦੇ ਆ ਕਿ ਤੁਹਾਡੀ ਪਰਪਸ ਆਫ ਵਿਜ਼ਿਟ ਕੀ ਹੈ। ਤਾਂ ਉਹ ਵੈਰੀ ਕਲੀਅਰ, ਬਹੁਤ ਸਾਫ਼ ਸੁਥਰੀ ਸਾਨੂੰ ਪਤਾ ਹੋਣੀ ਚਾਹੀਦੀ ਹੈ, ਸਾਨੂੰ ਸਾਡਾ ਪਲਾਨ ਪਤਾ ਹੋਣਾ ਚਾਹੀਦਾ ਹੈ ਅਸੀਂ ਉੱਥੇ ਕਿਉਂ ਜਾ ਰਹੇ ਹਾਂ। ਤਾਂ ਅਸੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੈ, ਕੋਈ ਉੱਥੇ ਮੈਰਿਜ ਹੈ, ਫੰਕਸ਼ਨ ਹੈ, ਕਿਸੇ ਚੀਜ਼ ਨੂੰ, ਉਹ ਸਪੈਸੀਫਿਕ ਡੇਟਸ ਦੇ ਉੱਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੀ ਪਰਪਸ ਆਫ ਵਿਜ਼ਿਟ ਕੀ ਹੈ, ਕਿ ਅਸੀਂ ਘੁੰਮਣ ਫਿਰਨ ਜਾਣਾ ਹੈ ਜਾਂ ਕੋਈ ਫੰਕਸ਼ਨ ਅਟੈਂਡ ਕਰਨਾ। ਉਹ ਸਿੱਧਾ ਜਿੰਨਾ ਕੁਐਸਚਨ ਪੁੱਛਿਆ ਉਹਨਾਂ ਨੇ ਪਰਪਸ ਆਫ ਵਿਜ਼ਿਟ ਦਾ, ਕਿਉਂ ਜਾ ਰਹੇ ਹੋ, ਉਨਾ ਹੀ ਆਨਸਰ ਕਰਨਾ ਹੈ। ਸਾਨੂੰ ਬਹੁਤ ਲੰਬੀ ਡਿਟੇਲਸ ਉਹਨੂੰ ਆਨਸਰਸ ਨਹੀਂ ਦੇਣੇ ਆ। ਸੋ ਸਪੈਸੀਫਿਕ ਜਿੰਨਾ ਕੁਐਸਚਨ ਉਨਾ ਹੀ ਆਨਸਰ ਹੋਣਾ ਚਾਹੀਦਾ ਹੈ। ਫਿਰ ਪੁੱਛ ਲੈਂਦੇ ਆ ਵੀ ਤੁਹਾਡੇ ਕੋਈ ਰਿਲੇਟਿਵਸ ਹੈ USA ਦੇ ਅੰਦਰ। ਸੋ ਅਗਰ ਤੁਹਾਡਾ ਕੋਈ ਬਲੱਡ ਰਿਲੇਸ਼ਨ ਦੇ ਅੰਦਰ ਕੋਈ ਜਾਣਕਾਰੀ ਹੈਗੀ ਹੈ ਜਾਂ ਕੋਈ ਇਮੀਡੀਏਟ ਆਪਣੇ ਰਿਲੇਟਿਵ ਕੋਈ ਆਪਣੇ ਸੈਕੰਡ ਬਲੱਡ ਰਿਲੇਸ਼ਨ ਦੇ ਅੰਦਰ ਹੈਗਾ ਤਾਂ ਤੁਹਾਨੂੰ
ਤੁਹਾਨੂੰ ਜ਼ਰੂਰ ਉਹਨਾਂ ਦੀਆਂ ਡਿਟੇਲਸ ਆਪਣੇ ਡੀਐਸ ਦੇ ਅੰਦਰ ਵੀ ਭਰਨੀਆਂ ਚਾਹੀਦੀਆਂ ਔਰ ਇੰਟਰਵਿਊ 'ਚ ਵੀ ਦੇਣੀਆਂ ਚਾਹੀਦੀਆਂ, ਤਾਂ ਕਿ ਤੁਹਾਨੂੰ ਹੈਲਪ ਮਿਲੇਗੀ ਉੱਥੇ ਦੇ ਜਿਹੜੀ ਹੈਗੀਆਂ ਪਲੇਸਿਸ ਨੂੰ ਸਮਝਣ ਵਾਸਤੇ, ਜਾਂ ਜਿੱਥੇ ਵੀ ਤੁਸੀਂ ਘੁੰਮਣ ਫਿਰਨ ਜਾਣਾ ਹੈ, ਇਹ ਚੀਜ਼ ਹਮੇਸ਼ਾ ਹੈਲਪ ਕਰੇਗੀ, ਇਹਨੂੰ ਹਾਈਡ ਕਰਨ ਦੀ ਲੋੜ ਨਹੀਂ ਹੈ। ਤੀਸਰੀ ਚੀਜ਼ ਉਹ ਪੁੱਛ ਲੈਂਦੇ ਕਿ ਕਿੰਨਾ ਟਾਈਮ ਰਹਿਣਾ ਹੈ। ਸੋ ਤੁਹਾਡੇ ਕੋਲ ਰਿਲੇਟਿਵ ਕੋਲ ਕਿੰਨਾ ਜਾਣਾ ਹੈ, ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਉਹਦੀਆਂ ਬੁਕਿੰਗ ਤੁਸੀਂ ਕੀਤੀਆਂ ਹੋਈਆਂ, ਸਪੈਸੀਫਿਕਲੀ ਕਿਹੜੀ ਡੇਟ ਤੋਂ ਲੈ ਕੇ ਕਿਹੜੀ ਡੇਟ ਤੱਕ ਹੈਗੀਆਂ। ਸੋ ਉਹਦਾ ਪੂਰਾ ਇੱਕ ਟੂਰ ਪਲਾਨ ਤੁਹਾਡੇ ਕੋਲ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਆ ਸਾਰੀ ਚੀਜ਼ ਪੁੱਛਣੀ ਹੈ। ਅਗਰ ਉਹ ਪੁੱਛ ਲੈਣ ਵੀ ਤੁਸੀਂ ਕਿੱਥੇ ਕਿੱਥੇ ਜਾ ਰਹੇ ਹੋ ਤਾਂ ਸਾਡੇ ਕੋਲ ਮਤਲਬ ਉਹ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਹਾਂ ਅਸੀਂ ਇੱਥੇ ਘੁੰਮਣ ਜਾ ਰਹੇ ਹਾਂ, ਇਹਦੇ ਉੱਪਰ ਸਾਡੀ ਰਿਸਰਚ ਕੀਤੀ ਹੋਈ ਹੈ ਕਿ ਮੈਂ ਨਿਊਯਾਰਕ ਜਾ ਰਿਹਾ, ਨਿਊਯਾਰਕ 'ਚ ਮੈਂ ਟਾਈਮ ਸਕੁਅਰ ਜਾਣਾ ਹੈ, ਜਾਂ ਮੈਂ ਕੋਈ ਸਟੈਚੂ ਆਫ ਲਿਬਰਟੀ ਦੇਖਣ ਜਾ ਰਿਹਾ, ਜਾਂ ਕਿਸੇ ਹੋਰ ਜਗ੍ਹਾ ਤੇ ਜਾ ਰਿਹਾ, ਤਾਂ ਹਰ ਇੱਕ ਚੀਜ਼ ਦੀ ਸਪੈਸੀਫਿਕ ਸਾਨੂੰ ਜਾਣਕਾਰੀ ਬੇਸਿਕ ਹੋਣੀ ਜ਼ਰੂਰੀ ਹੈ। ਅੱਗੇ ਕੁਐਸਚਨ ਪੁੱਛ ਲੈਂਦੇ ਆ ਵੀ ਤੁਸੀਂ ਉੱਥੇ ਕਿੰਨਾ ਟਾਈਮ ਰੁਕਣਾ ਹੈ, ਤਾਂ ਇਹ ਡਿਪੈਂਡ ਕਰਦਾ ਹੈ ਤੁਹਾਡੀ ਇਨਕਮ ਦੇ ਉੱਪਰ, ਤੁਹਾਡੇ ਕੋਲ ਸੇਵਿੰਗਸ ਦੇ ਉੱਪਰ, ਠੀਕ ਹੈ। ਜਿਸ ਤਰ੍ਹਾਂ ਦੀ ਵੀ ਤੁਹਾਡੀ ਜੌਬ ਹੈ ਜਾਂ ਜਿਸ ਤਰ੍ਹਾਂ ਦਾ ਵੀ ਬਿਜ਼ਨਸ ਹੈ, ਜਿੰਨੀ ਤੁਸੀਂ ITR ਭਰਦੇ ਹੋ, ਤੁਹਾਡੀ ਇੱਕ ਸਟੇਟਮੈਂਟ ਬੈਂਕ ਦੀ ਬੋਲਦੀ ਹੈ, ਜਾਂ ਤੁਹਾਡੀ ਆਪਣੀ ਸੈਲਰੀ ਹੈ, ਉਹਦੀਆਂ ਸੇਵਿੰਗਸ ਹੈਗੀਆਂ, ਅਕੋਰਡਿੰਗਲੀ ਤੁਸੀਂ ਆਪਣਾ ਇੱਕ ਟ੍ਰਿਪ ਡਿਜ਼ਾਈਨ ਕਰਨਾ ਹੈ ਕਿ ਮੈਂ ਇੰਨੇ ਟਾਈਮ ਵਾਸਤੇ ਜਾਣਾ ਹੈ। ਅਗਰ ਤੁਸੀਂ ਬੋਲ ਦੋ ਕਿ ਮੇਰੀ ਇਨਕਮ ਜਿਹੜੀ ਹੈਗੀ ਆ ਉਹ 30-40,000 ਔਰ ਮੈਂ ਪਲਾਨ ਕਰ ਰਿਹਾ 1 ਮੰਥ ਦਾ 1.5 ਮੰਥ ਦਾ, ਤਾਂ ਉੱਥੇ ਡਾਊਟ ਆ ਜਾਂਦਾ ਹੈ, ਕਿਉਂਕਿ USA ਵਰਗੀ ਕੰਟਰੀ ਦੇ ਅੰਦਰ ਅਗਰ ਆਪਾਂ ਬੁਕਿੰਗਸ ਵਗੈਰਾ ਤੇ ਜਾਣਾ ਤਾਂ ਬਹੁਤ ਮਹਿੰਗੀਆਂ ਵੀ ਪੈ ਸਕਦੀਆਂ। ਸੋ ਟ੍ਰਿਪ ਇੱਕ ਛੋਟੀ ਜਿਹੀ ਟ੍ਰਿਪ ਰੱਖਣੀ ਹੁੰਦੀ ਹੈ, 7-10 ਡੇਜ਼ ਦੀ, 10 ਦਿਨ ਦੀ ਰੱਖ ਸਕਦੇ ਹੋ, ਹੱਦੋਂ ਹੱਦ 12 ਦਿਨ ਦੀ ਬਹੁਤ ਰਹਿ ਜਾਂਦੀ ਹੈ। ਸੋ ਤੁਸੀਂ ਆਪਣੀ ਪਹਿਲੀ ਟ੍ਰਿਪ ਇੰਨੀ ਕੁ ਰੱਖ ਸਕਦੇ ਹੋ ਅਗਰ ਤੁਹਾਡੀ ਐਵਰੇਜ ਇਨਕਮ ਹੈ ਤਾਂ। ਸੋ ਨੈਕਸਟ ਕੁਐਸਚਨ ਆ ਜਾਂਦਾ ਕਿ ਉਹ ਤੁਹਾਨੂੰ ਤੁਸੀਂ USA ਆ ਰਹੇ ਹੋ, ਕਿ ਤੁਹਾਨੂੰ ਪਤਾ ਹੈ ਕਿੰਨਾ ਐਕਸਪੈਂਸ ਆਏਗਾ, ਤਾਂ ਤੁਹਾਨੂੰ ਬਿਲਕੁਲ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਤੁਸੀਂ USA ਜਾ ਰਹੇ ਹੋ ਤਾਂ ਤੁਹਾਡਾ ਐਕਸਪੈਂਸ ਜਿਹੜਾ ਹੈ ਉਹ USA ਦੇ ਅੰਦਰ ਕਿੰਨਾ ਹੋਣਾ ਹੈ, ਠੀਕ ਹੈ। ਅਗਰ ਤੁਸੀਂ 10 ਦਿਨ ਦਾ ਜਾਂ 12 ਦਿਨ ਦਾ ਪਲਾਨ ਕਰ ਰਹੇ ਹੋ, ਜਿੰਨਾ ਵੀ ਪਲਾਨ ਕਰ ਰਹੇ ਹੋ, ਉਹਨੂੰ ਡਿਵਾਈਡ ਕਰ ਲਓ, ਪਰ ਡੇ ਤੇ ਮੇਰੀ ਇੰਨੀ ਤਕਰੀਬਨ ਐਕਸਪੈਂਸਿਸ ਆਏਗਾ, ਜਾਂ ਮੇਰੀ ਹੋਟਲ ਦੀ ਬੁਕਿੰਗ ਇੰਨੀ ਹੈ, ਮੇਰੀ ਫਲਾਈਟ ਦੀ ਬੁਕਿੰਗ ਇੰਨੀ ਹੈ। ਉਹ ਘੁੰਮਣ ਫਿਰਨ ਤੋਂ ਬਾਅਦ ਮੇਰੇ ਕੋਲ ਬਚਦਾ ਕੀ ਹੈ, ਇੰਡੀਆ ਆ ਕੇ ਮੈਂ ਵੀ ਵਾਪਸ ਵੀ ਆਣਾ ਹੈ ਔਰ ਖਾਣਾ ਪੀਣਾ ਵੀ ਹੈ। ਸੋ ਤੁਹਾਡੀ ਸੇਵਿੰਗਸ ਦੇ ਅਕੋਰਡਿੰਗ ਤੁਸੀਂ ਆਪਣੀ ਟ੍ਰਿਪ ਡਿਜ਼ਾਈਨ ਕਰਨੀ ਹੈ। ਸੋ ਨੈਕਸਟ ਕੁਐਸਚਨ ਪੁੱਛਦੇ ਆ ਕਿ ਤੁਹਾਡੇ ਕਮ ਬੈਕ ਦੀ ਰੀਜ਼ਨਿੰਗ ਕੀ ਹੈ, ਤੁਸੀਂ ਇੰਡੀਆ ਵਾਪਸ ਕਿਉਂ ਜਾਣਾ ਚਾਹੋਗੇ। ਉਹਦੇ ਵਾਸਤੇ ਤੁਹਾਡੇ ਕੋਲ ਸੋਲਿਡ ਆਨਸਰਸ ਹੋਣੇ ਚਾਹੀਦੇ ਹੈ, ਤੁਹਾਡੇ ਕੋਲ ਡਿਟੇਲਸ ਹੋਣੀ ਚਾਹੀਦੀਆਂ, ਚਾਹੇ ਤੁਹਾਡੀ ਪ੍ਰਾਪਰਟੀ ਨੂੰ ਲੈ ਕੇ ਹੈ, ਚਾਹੇ ਤੁਹਾਡੇ ਉਹ ਫੈਮਿਲੀ ਸਰਕਮਸਟੈਂਸਸ ਨੂੰ ਲੈ ਕੇ ਹੈ, ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਨੂੰ ਲੈ ਕੇ ਹੈ, ਤਾਂ ਤੁਹਾਡੀਆਂ ਟਾਈਜ਼ ਇੰਡੀਆ ਦੇ ਅੰਦਰ ਕਿੰਨੀਆਂ ਅੱਛੀਆਂ, ਉਸ ਚੀਜ਼ ਤੇ ਵੀਜ਼ਾ ਬਹੁਤ ਡਿਪੈਂਡ ਕਰਦਾ। ਸੋ ਇਹ ਚੀਜ਼ ਨੂੰ ਤੁਸੀਂ ਕਲੀਅਰ ਕਰਕੇ ਰੱਖਣਾ ਹੈ ਕਿ ਮੈਂ ਉੱਥੇ ਕਿਸ ਤਰ੍ਹਾਂ ਦੇ ਆਨਸਰ ਕਰਨੇ ਆ, ਠੀਕ ਹੈ। ਸੋ ਪਿੱਛੇ ਦਾ ਹੁਣ ਪੁੱਛ ਲੈਂਦੇ ਆ, ਤੁਸੀਂ ਤੁਹਾਨੂੰ ਡੇਟ ਪੁੱਛ ਲਈਏ, ਕਿਹੜੀ ਡੇਟ ਨੂੰ ਤੁਸੀਂ ਘੁੰਮਣ ਜਾ ਰਹੇ ਹੋ, ਵਾਪਸੀ ਕਦੋਂ ਹੈ। ਸੋ ਆ ਇੱਕ ਪਲਾਨ ਬਣ ਗਿਆ, ਮੰਨ ਲਓ 10 ਜਾਂ 12 ਦਿਨ ਦਾ। ਸੋ ਅਗਰ ਤੁਸੀਂ ਜੌਬ ਜਾਂ ਤੁਹਾਡਾ ਬਿਜ਼ਨਸ ਹੈ ਤਾਂ ਤੁਹਾਨੂੰ ਪੁੱਛ ਸਕਦੇ ਆ ਕਿ ਪਿੱਛੇ ਜਿਹੜੇ ਤੁਸੀਂ 10-12 ਦਿਨ ਲਾਣੇ ਉੱਥੇ ਹੈ, ਉਹ ਸੰਭਾਲੇਗਾ ਕੌਣ। ਮੰਨ ਲਓ ਤੁਹਾਡਾ ਬਿਜ਼ਨਸ ਹੈ ਤਾਂ ਬਿਜ਼ਨਸ ਨੂੰ ਕੌਣ ਦੇਖੇਗਾ। ਸੋ ਤੁਹਾਡੇ ਕੋਲ ਆਨਸਰ ਹੋਣਾ ਚਾਹੀਦਾ, ਤੁਹਾਡੇ ਜਾਂ ਤਾਂ ਫੈਮਿਲੀ ਦੇ ਅੰਦਰ ਬੱਚੇ ਦੇਖ ਰਹੇ ਹੈ, ਜਾਂ ਤੁਹਾਡੇ ਪੈਰੈਂਟਸ ਦੇਖ ਰਹੇ ਆ, ਤਾਂ ਇਸ ਚੀਜ਼ ਬਾਰੇ ਜਾਂ ਤੁਹਾਡੇ ਕੋਈ ਅੱਗੇ EMPLOYEES ਹੈ, ਪਾਰਟਨਰ ਹੈ, ਇਹ ਡਿਟੇਲਸ ਤੁਹਾਨੂੰ ਕਲੀਅਰ ਹੋਣੀਆਂ ਜ਼ਰੂਰੀ ਹੈ ਕਿ ਪਿੱਛੇ ਸਾਨੂੰ ਇਹ ਬੰਦੇ ਹੈਗੇ ਆ ਸਾਡਾ ਬਿਜ਼ਨਸ ਸੰਭਾਲਣਗੇ, ਜਾਂ ਮੇਰੀ ਜੌਬ ਹੈਗੀ ਹੈ ਤਾਂ ਮੈਂ ਲੀਵ ਲੈਟਰ ਲਿੱਤੀ ਹੋਈ ਹੈ, ਇਸ ਦੇ ਉੱਪਰ ਕੋਈ ਨਾ ਕੋਈ ਹੋਰ ਜਿਹੜਾ ਬੰਦਾ ਹੈਗਾ ਉਹ ਮੇਰੀ ਕਵਰ ਕਰੇਗਾ ਜੌਬ ਨੂੰ। ਸੋ ਇਹ ਸੀਗੇ ਕੁਝ ਬਿਜ਼ਨਸ ਰਿਲੇਟਡ ਕੁਐਸਚਨ। ਅੱਗੇ ਤੁਹਾਡੀ ਜਿਵੇਂ ਤੁਹਾਨੂੰ ਦੱਸਿਆ ਇਨਕਮ ਨੂੰ ਲੈ ਕੇ, ਸੈਲਰੀ ਨੂੰ ਲੈ ਕੇ, ਤੁਹਾਡੀਆਂ ਜੌਬ ਰਿਸਪੌਂਸਿਬਿਲਿਟੀਜ਼ ਹੈਗੀਆਂ, ਤੁਹਾਡੀਆਂ ਟਰਨਓਵਰ ਹੈ ਬਿਜ਼ਨਸ ਦਾ, ਜਾਂ ਉਹਦੇ 'ਚ ਤੁਹਾਡਾ ਪ੍ਰੋਫਿਟ ਕਿੰਨਾ ਹੈ, ਉਹ ਵੀ ਇਹ ਕੁਐਸਚਨਸ ਪੁੱਛ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਕੁਐਸਚਨ ਹੋ ਸਕਦੇ ਆ, ਅਗਰ ਤੁਸੀਂ ਕਿਤੇ ਪਹਿਲੇ ਟਰੈਵਲ ਕੀਤਾ ਹੈ ਜਾਂ ਤੁਹਾਡੀ ਕੋਈ ਰਿਫਿਊਜ਼ਲਸ ਹੈਗੀਆਂ, ਉਹਨੂੰ ਲੈ ਕੇ ਵੀ ਉਹਨਾਂ ਦੇ ਜਿਹੜੇ ਕੁਐਸਚਨਸ ਹੁੰਦੇ ਆ ਉਹ 100% ਪੁੱਛੇ ਜਾਂਦੇ ਆ। ਤੁਹਾਡੀ ਟਰੈਵਲ ਹਿਸਟਰੀ ਵੀ, ਤੁਹਾਡੀ ਰਿਫਿਊਜ਼ਲ, ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਕਲੀਅਰ ਪਤਾ ਹੋਣਾ ਚਾਹੀਦਾ। ਅਗਰ ਤੁਸੀਂ ਟਰੈਵਲ ਕੀਤਾ ਸੀ, ਕਿਹੜੀ ਕੰਟਰੀਜ਼ ਕੀਤਾ ਸੀਗਾ, ਅਗਰ ਤੁਹਾਡੀ ਰਿਫਿਊਜ਼ਲ ਹੈਗੀ ਆ ਤਾਂ ਕਿਹੜੀ ਕੰਟਰੀ ਦੀ ਹੈ, ਆ ਕਲੀਅਰ ਤੁਸੀਂ ਉਹਨਾਂ ਨੂੰ ਬੋਲੋਗੇ। ਕਿਸੇ ਵੀ ਕੁਐਸਚਨ ਨੂੰ ਛੁਪਾਓਗੇ, ਹਿਡਨ ਰੱਖਦੇ ਆ, ਤਾਂ ਉੱਥੇ ਟਰਬਲ ਹੋ ਸਕਦੀ ਹੈ, ਔਰ ਹੋ ਸਕਦਾ ਹੈ ਉਹ ਤੁਹਾਨੂੰ ਬੈਨ ਵੀ ਕਰਨ ਇਸ ਚੀਜ਼ ਤੋਂ। ਸੋ ਉਹ ਪੁੱਛ ਸਕਦੇ ਆ ਕਿ ਤੁਹਾਨੂੰ ਜਿਹੜਾ 10 ਸਾਲ ਦਾ ਅਸੀਂ ਵੀਜ਼ਾ ਦੇਵਾਂਗੇ, USA 10 ਈਅਰ ਦਾ B1 B2 ਕੈਟੇਗਰੀ ਦੇ ਅੰਦਰ ਵੀਜ਼ਾ ਦਿੰਦਾ ਹੈ, ਕਿ ਤੁਸੀਂ ਇੱਥੇ ਜਦੋਂ ਵੀਜ਼ਾ ਲੈ ਕੇ ਪਹੁੰਚੋਗੇ ਤਾਂ ਕੀ ਤੁਸੀਂ ਕੰਮ ਕਰੋਗੇ। ਤਾਂ ਇਹ ਚੀਜ਼ ਧਿਆਨ ਦੇਣ ਦੀ ਲੋੜ ਹੈ ਕਿ ਸਾਨੂੰ ਵਰਕ ਅਲਾਉਡ ਨਹੀਂ ਹੈ USA ਦੇ ਅੰਦਰ। ਸਾਡਾ ਵੀਜ਼ਾ ਸਿਰਫ ਵਿਜ਼ਿਟਰ ਪਰਪਸ ਵਾਸਤੇ ਹੈ, ਸਾਡਾ ਟੂਰਿਸਟ ਪਰਪਸ ਵਾਸਤੇ, ਅਸੀਂ ਘੁੰਮਣ ਫਿਰਨ ਵਾਸਤੇ ਹੀ ਉਹਨਾਂ ਦੀ ਇੰਟੈਂਸ਼ਨਸ ਜਿਹੜੀਆਂ ਹੈਗੀਆਂ ਰੱਖੀਆਂ, ਤੇ ਅਸੀਂ ਘੁੰਮ ਫਿਰ ਕੇ ਵਾਪਸ ਇੰਡੀਆ ਆਣਾ, ਅਸੀਂ ਕੋਈ ਕੰਮ ਨਹੀਂ ਕਰਨਾ। ਸੋ ਗਲਤੀ ਨਾਲ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਤੁਸੀਂ ਨਹੀਂ ਬੋਲ ਦੇਣੀ ਕਿ ਹਾਂ ਮੈਂ ਉੱਥੇ 15-20 ਦਿਨ ਲਾਣਾ ਅਗਰ ਮੈਨੂੰ ਜੌਬ ਮਿਲੀ, ਜਾਂ ਮੈਨੂੰ ਕੁਝ ਇਸ ਤਰ੍ਹਾਂ ਦੀ ਮਿਲਦੀ ਹੈ, ਮੈਂ ਜੌਬ ਕਨਵਰਟ, ਜਾਂ ਕੁਝ ਵੀ ਇਸ ਤਰ੍ਹਾਂ ਦੀ ਕੁਐਸਚਨ ਦਾ ਤੁਸੀਂ ਗਲਤ ਆਨਸਰ ਦਿੱਤਾ, ਤੁਹਾਡਾ ਵੀਜ਼ਾ ਉੱਥੇ ਹੀ ਰਿਫਿਊਜ਼ ਹੋ ਜਾਏਗਾ।
ਸੋ ਸਪਾਂਸਰ ਨੂੰ ਲੈ ਕੇ ਅਗਰ ਤੁਹਾਡੇ ਕੋਲ ਕੋਈ ਸਪਾਂਸਰ ਹੈ, ਉਧਰ ਕੋਈ ਰਿਲੇਟਿਵਸ ਹੈਗੇ ਆ, ਤਾਂ ਉਹਨਾਂ ਦੀਆਂ ਡਿਟੇਲਸ ਵੀ ਉਹ ਤੁਹਾਨੂੰ 101% ਪੁੱਛਣਗੇ। ਅਗਰ ਤੁਸੀਂ ਸਪਾਂਸਰ ਵੀਜ਼ਾ ਤੇ ਜਾ ਰਹੇ ਹੋ, ਤੁਹਾਡੇ ਸਪਾਂਸਰ ਦਾ ਨਾਮ ਕੀ ਹੈ, ਕਿੱਥੇ ਰਹਿੰਦੇ ਆ, ਕੀ ਕਰਦੇ ਆ, ਕੀ ਪ੍ਰਾਪਰਟੀ ਹੈ, ਔਰ ਉਹਨਾਂ ਦੀਆਂ ਅੱਗੇ ਕੀ ਪ੍ਰੋਪਰਟੀਜ਼ ਅੱਗੇ ਹੋ ਸਕਦੀਆਂ, ਜੌਬਸ ਦੀਆਂ ਰਿਲੇਟਡ, ਇਸ ਤਰ੍ਹਾਂ ਦੇ ਮਤਲਬ ਕੁਝ ਸਰਾਊਂਡਿੰਗ ਕੁਐਸਚਨਸ ਰਹਿ ਸਕਦੇ ਆ ਉਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਵੀ, ਕਿ ਤੁਸੀਂ ਉਹਨਾਂ ਕੋਲ ਕਿੰਨੇ ਦਿਨ ਰਹੋਗੇ, ਹਨਾ, ਕਿਵੇਂ ਮੈਨੇਜ ਹੋਏਗਾ। ਸੋ ਆ ਤੁਹਾਡੇ ਜਿਹੜੇ ਸਪਾਂਸਰ ਨੂੰ ਲੈ ਕੇ ਜਿਹੜੀ ਕੁਐਸਚਨਿੰਗਸ ਹੈਗੀਆਂ ਉਹ ਵੀ ਕਾਫੀ ਰਹਿ ਸਕਦੀਆਂ। ਸੋ ਸਪਾਂਸਰ ਦੀਆਂ ਡਿਟੇਲਸ, ਚਾਹੇ ਉਹਨਾਂ ਦਾ ਐਡਰੈਸ ਹੈ, ਚਾਹੇ ਉਹਨਾਂ ਦੀ ਜੌਬ ਹੈ, ਚਾਹੇ ਉਹਨਾਂ ਦਾ ਬਿਜ਼ਨਸ ਹੈ, ਇਹਨਾਂ ਸਾਰੀਆਂ ਚੀਜ਼ਾਂ ਦੀ ਡਿਟੇਲਸ ਤੁਹਾਡੇ ਕੋਲ ਪਹਿਲੇ ਹੀ ਹੋਣੀ ਜ਼ਰੂਰੀ ਹੈ। ਸੋ ਆਪਣਾ ਇੱਕ ਟਰੈਵਲ ਪਲਾਨ ਜ਼ਰੂਰ ਬਣਾ ਕੇ ਰੱਖਣਾ ਹੈ, ਤਾਂ ਕਿ ਉਹਨਾਂ ਨੂੰ ਤੁਸੀਂ ਸਪੈਸੀਫਿਕ ਡੇਟ ਦੇ ਉੱਪਰ ਦੱਸ ਸਕੋ ਕਿ ਇਹ ਸਾਡੀ ਜਿਹੜੀ ਉੱਥੇ ਅਰਾਈਵਲ ਹੈ ਇਸ ਡੇਟ ਦਾ, ਇਸ ਤੋਂ ਬਾਅਦ ਅਸੀਂ 에ਅਰਪੋਰਟ ਨੂੰ ਲੀਵ ਕਰ ਜਾਾਂਗੇ, ਫਿਰ ਉੱਥੇ ਅਸੀਂ ਹੋਟਲ 'ਚ ਰੁਕਣਾ ਜਾਂ ਆਪਣੇ ਰਿਲੇਟਿਵਸ ਕੋਲ ਰੁਕਣਾ ਹੈ, ਉੱਥੇ ਇੰਨੇ ਦਿਨ ਲਾਣੇ, ਉਸ ਤੋਂ ਬਾਅਦ ਨੈਕਸਟ ਜਿਹੜੀ ਸਿਟੀ ਹੈ ਸਾਡਾ ਪਲਾਨ ਉੱਥੇ ਹੈ, ਉੱਥੇ ਅਸੀਂ ਆਹ ਚੀਜ਼ਾਂ ਘੁੰਮਣੀਆਂ ਔਰ ਉੱਥੇ ਅਸੀਂ ਇੰਨੇ ਦਿਨ ਲਾਣੇ ਹੈ। ਸੋ ਜਿੰਨੇ ਦਿਨ ਦਾ ਤੁਹਾਡਾ ਟੂਰ ਹੈਗਾ ਉਹ ਸਪੈਸੀਫਿਕ ਡੇਟ ਵਾਈਜ਼ ਤੁਹਾਡੇ ਕੋਲ ਪਲਾਨਡ ਰਹਿਣਾ ਚਾਹੀਦਾ ਹੈ। ਸੋ ਅਗਰ ਤੁਸੀਂ ਕੌਨਫੀਡੈਂਟ ਹੋ, ਆ ਸਾਰੀਆਂ ਚੀਜ਼ਾਂ ਦੇ ਆਨਸਰ ਜਿਹੜੇ ਮੈਂ ਤੁਹਾਨੂੰ ਹੁਣੇ ਦੱਸੇ ਆ, ਅਗਰ ਤੁਸੀਂ ਕੌਨਫੀਡੈਂਸ ਨਾਲ ਦਿੰਦੇ ਹੋ ਤਾਂ ਬਿਲੀਵ ਮੀ ਤੁਹਾਡਾ ਵੀਜ਼ਾ 100% ਆਏਗਾ। ਔਰ ਅਗਰ ਹਲੇ ਵੀ ਕਿਸੇ ਚੀਜ਼ ਦਾ ਡਾਊਟ ਹੈਗਾ ਤਾਂ ਤੁਸੀਂ ਦ ਵੀਜ਼ਾ ਆਫਿਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਨੀਚੇ ਦਿੱਤੇ ਗਏ ਨੰਬਰਾਂ ਤੇ, ਜਾਂ ਅਗਰ ਕੋਈ ਡਾਇਰੈਕਟ ਮੇਰੇ ਨਾਲ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਜਿਹੜੀ ਹੈਗੀ ਹੈ ਸਾਡੀ ਆਨਲਾਈਨ ਵੈਬਸਾਈਟ ਦੇ ਉੱਪਰ ਜਾ ਕੇ ਵੀ ਬਣਾ ਸਕਦੇ ਹੋ। ਸੋ ਮਿਲਦੇ ਹਾਂ ਨੈਕਸਟ ਟਾਈਮ ਇੱਕ ਨਵੇਂ ਟੌਪਿਕ ਦੇ ਨਾਲ, ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ। ਤਦ ਤੱਕ ਲਈ ਥੈਂਕ ਯੂ ਸੋ ਮਚ।